ਹੈਲੋ ਦੋਸਤੋ, ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਤੁਸੀਂ ਆਪਣੇ ਬੋਰਡ ਇਮਤਿਹਾਨਾਂ ਦੀ ਤਿਆਰੀ ਬੜੀ ਹੀ ਮਿਹਨਤ ਅਤੇ ਲਗਨ ਨਾਲ ਕਰ ਰਹੇ ਹੋ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਉਹ ਪੁਆਇੰਟ ਜਿਹੜੇ ਨੇ ਸਾਂਝੇ ਕਰਾਂਗੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਬੋਰਡ ਪ੍ਰੀਖਿਆ ਦੇ ਵਿੱਚ ਵੱਧ ਤੋਂ ਵੱਧ ਅੰਕ ਜਿਹੜੇ ਨੇ ਉਹ ਹਾਸਿਲ ਕਰ ਸਕਦੇ ਹੋ। ਸੋ ਇਹਨਾਂ ਪੁਆਇੰਟਾਂ ਨੂੰ ਜਾਣਨ ਦੇ ਲਈ ਅਤੇ ਇਹਨਾਂ ਨੁਕਤਿਆਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਇਸ ਵੀਡੀਓ ਨੂੰ ਅੰਤ ਤੱਕ ਪਲੀਜ਼ ਜ਼ਰੂਰ ਦੇਖੋ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਲੇਟੈਸਟ ਵੀਡੀਓ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਮਿਲਦੇ ਰਹਿਣ। ਬੋਰਡ ਪ੍ਰੀਖਿਆ ਵਿੱਚ ਹਰ ਵਿਦਿਆਰਥੀ ਨੂੰ ਜਿਹੜੇ ਪਹਿਲੇ 15 ਮਿੰਟ ਨੇ ਉਹ ਇੱਕ OMR ਸ਼ੀਟ ਭਰਨ ਦੇ ਲਈ ਮਿਲਦੇ ਨੇ। ਇਸ ਦੇ ਵਿੱਚ ਤੁਸੀਂ ਆਪਣਾ ਰੋਲ ਨੰਬਰ, ਨਾਮ ਅਤੇ ਹੋਰ ਜਾਣਕਾਰੀ ਜਿਹੜੀ ਉਹ ਭਰਨੀ ਹੁੰਦੀ ਹੈ। ਵੈਸੇ 15 ਮਿੰਟ ਇਸ ਸ਼ੀਟ ਨੂੰ ਭਰਨ ਦੇ ਲਈ ਕਾਫੀ ਨੇ, ਪਰ ਫਿਰ ਵੀ ਕਈ ਵਿਦਿਆਰਥੀ ਜਿਹੜੇ ਨੇ ਉਹ ਵੱਧ ਸਮਾਂ ਲੈਂਦੇ ਨੇ ਇਸ ਸ਼ੀਟ ਨੂੰ ਭਰਨ ਦੇ ਲਈ, ਅਤੇ ਇਸ ਨਾਲ ਉਹਨਾਂ ਦਾ ਜਿਹੜਾ ਪੇਪਰ ਦਾ 3 ਘੰਟੇ ਦਾ ਸਮਾਂ ਹੈ ਉਹ ਘੱਟ ਜਾਂਦਾ ਹੈ। ਸੋ ਤੁਸੀਂ ਬੜੇ ਹੀ ਧਿਆਨ ਦੇ ਨਾਲ ਇਸ ਸ਼ੀਟ ਨੂੰ 15 ਮਿੰਟ ਦੇ ਵਿੱਚ ਪੂਰਾ ਭਰ ਲੈਣਾ ਹੈ ਤਾਂ ਜੋ ਤੁਹਾਡੇ ਪੇਪਰ ਦਾ ਜਿਹੜਾ ਸਮਾਂ ਹੈ ਉਹ ਨਾ ਘਟੇ। ਸੋ ਪੇਪਰ ਦੀ ਗੱਲ ਸ਼ੁਰੂ ਕਰਦੇ ਹਾਂ ਸ਼ੀਟ ਤੋਂ, ਜਾਂ ਸ਼ੀਟ ਦੇ ਵਿੱਚ ਲਗਾਏ ਜਾਣ ਵਾਲੇ ਹਾਸ਼ੀਏ ਤੋਂ। ਹਾਸ਼ੀਆ ਕੇਵਲ ਅਤੇ ਕੇਵਲ ਖੱਬੇ ਹੱਥ ਹੀ ਲਗਾਉਣਾ ਚਾਹੀਦਾ ਹੈ। ਜਦੋਂ ਤੁਸੀਂ ਸੱਜੇ ਹੱਥ ਵੀ ਹਾਸ਼ੀਆ ਲਗਾਉਂਦੇ ਹੋ ਤਾਂ ਉਸ ਦੇ ਨਾਲ ਜਿਹੜਾ ਸ਼ੀਟ ਦਾ ਸਾਈਜ਼ ਹੈ, ਜਿਹੜਾ ਆਕਾਰ ਹੈ ਉਹ ਘੱਟ ਜਾਂਦਾ ਹੈ, ਕਿਉਂਕਿ 10ਵੀਂ ਦੇ ਵਿਦਿਆਰਥੀਆਂ ਨੂੰ 28 ਪੇਜਾਂ ਦੀ ਅਤੇ +2 ਦੇ ਵਿਦਿਆਰਥੀਆਂ ਨੂੰ 32 ਪੇਜਾਂ ਦੀ ਜਿਹੜੀ ਸ਼ੀਟ ਆ ਉਹ ਮਿਲਦੀ ਹੈ, ਅਤੇ ਤੁਹਾਨੂੰ ਐਕਸਟਰਾ ਜਿਹੜੀ ਸ਼ੀਟ ਆ ਉਹ ਨਹੀਂ ਦਿੱਤੀ ਜਾਣੀ। ਅਤੇ ਜਿਹੜੀ ਹਾਸ਼ੀਏ ਦੀ ਤੁਹਾਨੂੰ ਚੌੜਾਈ ਹੈ ਉਹ ਵੀ 1 ਤੋਂ 1.5 ਇੰਚ ਤੱਕ ਹੀ ਰੱਖਣੀ ਚਾਹੀਦੀ ਹੈ। ਇੰਨੀ ਕੁ ਜਿਹੜੀ ਚੌੜਾਈ ਹੈ ਉਹ ਕਾਫੀ ਹੈ, ਜਿਸ ਦੇ ਵਿੱਚ ਤੁਹਾਡਾ ਪ੍ਰਸ਼ਨ ਦਾ ਨੰਬਰ ਜਾਂ ਉੱਤਰ ਜਿਹੜਾ ਹੈ ਉਹ ਆਸਾਨੀ ਦੇ ਨਾਲ ਲਿਖਿਆ ਜਾ ਸਕਦਾ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਪੇਪਰ ਜਿਹੜਾ ਹੈ ਉਹ ਕਿੱਥੋਂ ਸਟਾਰਟ ਕਰਨਾ ਚਾਹੀਦਾ ਹੈ। ਕਈ ਵਿਦਿਆਰਥੀ ਸੋਚਦੇ ਨੇ ਕਿ ਭਾਗ ਪਹਿਲਾ ਅਤੇ ਪ੍ਰਸ਼ਨ ਨੰਬਰ 1 ਤੋਂ ਕੁਐਸਚਨ ਜਿਹੜੇ ਨੇ ਉਹ ਸਟਾਰਟ ਕਰ ਦੇਣੇ ਚਾਹੀਦੇ ਨੇ। ਇਹ ਬਿਲਕੁਲ ਗਲਤ ਧਾਰਨਾ ਹੈ। ਕੋਸ਼ਿਸ਼ ਕਰੋ ਸਭ ਤੋਂ ਪਹਿਲਾਂ ਉਹ ਕੁਐਸਚਨ ਸ਼ੁਰੂ ਕਰੋ ਜਿਹੜਾ ਤੁਹਾਨੂੰ ਡੈਡ ਸ਼ਿਓਰ ਹੈ, ਤੁਸੀਂ ਪੂਰੀ ਤਰ੍ਹਾਂ ਸ਼ਿਓਰ ਹੋ, ਜਿਹਦੇ ਬਾਰੇ ਜੋ ਤੁਹਾਨੂੰ 100% ਆਉਂਦਾ ਹੈ। ਜਿਵੇਂ ਕਿ ਗਣਿਤ ਵਿਸ਼ੇ ਦੀ ਗੱਲ ਕਰੀਏ, ਉਸ ਦੇ ਵਿੱਚ ਜਿਹੜੀ ਥਿਊਰਮ ਹੈ ਅਤੇ ਮੱਧਮਾਨ, ਮੱਧਿਕਾ, ਬਹੁਲਕ, ਇਹ ਦੋਨੋਂ ਸਵਾਲ 6 ਅੰਕ ਦੇ ਨੇ। ਤਾਂ ਇਹ ਮੋਸਟਲੀ ਵਿਦਿਆਰਥੀਆਂ ਨੂੰ ਇਹ ਸਵਾਲ ਜਿਹੜੇ ਨੇ ਪੂਰੀ ਤਰ੍ਹਾਂ ਆਉਂਦੇ ਹੁੰਦੇ ਨੇ। ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਭਾਗ D ਜਿਹੜਾ ਅਖੀਰਲਾ ਭਾਗ ਹੈ ਉਸ ਨੂੰ ਸਭ ਤੋਂ ਪਹਿਲਾਂ ਹੱਲ ਕਰੀਏ। ਜੇਕਰ ਕਿਸੇ ਲੈਂਗੁਏਜ ਸਬਜੈਕਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਦੇ ਵਿੱਚ ਕਹਾਣੀ ਜਾਂ ਲੇਖ ਜਾਂ ਕੋਈ ਪੈਰਾ ਰਚਨਾ ਜਿਹੜੀ ਹੈ ਉਹ ਕਰ ਸਕਦੇ ਹੋ। ਇਸ ਤਰ੍ਹਾਂ ਪੇਪਰ ਹੱਲ ਕਰਨ ਦੇ ਨਾਲ ਤੁਹਾਨੂੰ ਕਈ ਬੈਨੀਫਿਟ ਹੁੰਦੇ ਨੇ, ਜਿਵੇਂ ਕਿ ਇਸ ਦੇ ਨਾਲ ਵਿਦਿਆਰਥੀ ਦੇ ਵਿੱਚ ਜਿਹੜਾ ਆਤਮ ਵਿਸ਼ਵਾਸ ਹੈ ਉਹ ਵੱਧਦਾ ਹੈ। ਇਸ ਦੇ ਨਾਲ ਜਿਹੜਾ ਐਗਜ਼ਾਮ ਦਾ ਸਟਰੈਸ ਹੈ ਉਹ ਘੱਟ ਜਾਂਦਾ ਹੈ, ਅਤੇ ਸਟਰੈਸ ਘਟਣ ਦੇ ਨਾਲ ਸਾਡੀ ਜਿਹੜੀ ਸੋਚਣ ਸ਼ਕਤੀ ਹੈ ਉਹ ਵੱਧਦੀ ਹੈ ਕਿ ਜੇ ਕੋਈ ਸਵਾਲ ਔਖਾ ਹੈ ਜਾਂ ਜਿਸ ਸਵਾਲ ਬਾਰੇ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਉਹ ਵੀ ਈਜ਼ੀਲੀ ਤੁਸੀਂ ਸੋਲਵ ਕਰ ਲੈਂਦੇ ਹੋ। ਉਸ ਨੂੰ ਹੱਲ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਤੁਹਾਡੇ ਦੇ ਵਿੱਚ ਵੱਧ ਜਾਂਦੀ ਹੈ। ਅਤੇ ਅਖੀਰ ਦੇ ਵਿੱਚ ਜਿਹੜਾ ਐਗਜ਼ਾਮੀਨਰ ਹੈ ਜਦੋਂ ਲਗਾਤਾਰ ਤੁਹਾਡੇ ਸਹੀ ਸਵਾਲਾਂ ਨੂੰ ਚੈੱਕ ਕਰਦਾ ਜਾਂਦਾ ਹੈ ਤਾਂ ਉਸ ਦੇ ਉੱਪਰ ਵੀ ਇੱਕ ਇੰਪਰੈਸ਼ਨ ਜਾਂਦਾ ਹੈ ਕਿ ਜਿਹੜਾ ਵਿਦਿਆਰਥੀ ਹੈ, ਜਿਸ ਦਾ ਪੇਪਰ ਹੈ, ਉਹ ਕੋਈ ਵਧੀਆ ਵਿਦਿਆਰਥੀ ਹੈ। ਅਤੇ ਜਦੋਂ ਲਗਾਤਾਰ ਸਹੀ ਸਵਾਲਾਂ ਦੇ ਪੂਰੇ ਅੰਕ ਦਿੰਦਾ ਜਾਂਦਾ ਹੈ ਤਾਂ ਵਿਚਕਾਰ ਜੇਕਰ ਤੁਹਾਡੀ ਕਿਤੇ ਕੋਈ ਗਲਤੀ ਫੜ ਵੀ ਲੈਂਦਾ ਹੈ ਤਾਂ ਉਹ ਸੁਭਾਵਿਕ ਤੌਰ 'ਤੇ ਸਹਿਜੇ ਹੀ ਉੱਥੇ ਤੁਹਾਡੀ ਗਲਤੀ ਦੇ ਲਈ ਤੁਹਾਨੂੰ ਪੁਨਿਸ਼ ਨਹੀਂ ਕਰਦਾ, ਤੁਹਾਡੇ ਨੰਬਰ ਨਹੀਂ ਕੱਟਦਾ ਹੈ, ਅਤੇ ਸਹਿਜੇ ਤੌਰ 'ਤੇ ਤੁਹਾਨੂੰ ਪੂਰੇ ਅੰਕ ਜਿਹੜੇ ਨੇ ਉਸ ਸਵਾਲ ਦੇ ਵੀ ਅਲਾਟ ਕਰ ਦਿੰਦਾ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਕਿਸੇ ਪ੍ਰਸ਼ਨ ਦੀ ਜਿਹੜੀ ਪ੍ਰੈਜੈਂਟੇਸ਼ਨ ਜਿਹੜੀ ਪੇਸ਼ਕਾਰੀ ਹੈ ਉਹ ਕਿੱਦਾਂ ਦੀ ਹੋਵੇ, ਕਿੱਦਾਂ ਤੁਸੀਂ ਐਗਜ਼ਾਮੀਨਰ ਦੇ ਉੱਪਰ ਪ੍ਰਭਾਵ ਪਾ ਸਕਦੇ ਹੋ। ਸੋ ਜੇਕਰ ਕੁਐਸਚਨ ਦੇ ਨਾਲ ਕੋਈ ਵੀ ਪਿਕਚਰ ਹੈ, ਚਿੱਤਰ ਹੈ, ਜਾਂ ਕੋਈ ਵੀ ਰਫ ਸਕੈਚ ਹੈ ਉਹ ਬਣ ਸਕਦਾ ਹੈ ਤਾਂ ਉਹਨੂੰ ਤੁਹਾਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਐਗਜ਼ਾਮੀਨਰ ਦੇ ਉੱਪਰ ਇੱਕ ਚੰਗਾ ਇੰਪਰੈਸ਼ਨ ਜਾਂਦਾ ਹੈ। ਅਤੇ ਉਹ ਚਿੱਤਰ ਜਿਹੜਾ ਹੈ ਉਹ ਕਿੱਥੇ ਬਣਾਉਣਾ ਹੈ ਇਹਦੇ ਪਰ ਵੀ ਨਿਰਭਰ ਕਰਦਾ ਹੈ। ਜਿਵੇਂ ਕਿ ਮੈਥ ਦੇ ਵਿੱਚ, ਗਣਿਤ ਦੀ ਗੱਲ ਕਰੀਏ ਜੇਕਰ ਅਸੀਂ, ਉਸ ਦੇ ਵਿੱਚ ਤੁਹਾਨੂੰ ਜਿਹੜਾ ਚਿੱਤਰ ਹੈ ਉਹ ਸਵਾਲ ਤੋਂ ਸ਼ੁਰੂ ਦੇ ਵਿੱਚ ਬਣਾਉਣਾ ਚਾਹੀਦਾ ਹੈ। ਇਨਫੈਕਟ ਗਣਿਤ ਦੇ ਵਿੱਚ ਕਈ ਸਵਾਲਾਂ ਦੇ ਵਿੱਚ ਜਿੱਥੇ ਜਿਹੜਾ ਚਿੱਤਰ ਹੈ ਉਹ ਲਾਜ਼ਮੀ ਹੈ, ਜੇਕਰ ਤੁਸੀਂ ਬਿਨਾਂ ਉਹ ਚਿੱਤਰ ਬਣਾਏ ਸਵਾਲ ਹੱਲ ਕਰ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ 0 ਨੰਬਰ ਅਲਾਟ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸਾਇੰਸ ਦੀ ਗੱਲ ਕਰੀਏ, ਉਸ ਦੇ ਵਿੱਚ ਜਿਹੜਾ ਚਿੱਤਰ ਹੈ ਤੁਹਾਨੂੰ ਸਵਾਲ ਦੇ ਨਾਲ ਬਣਾ ਸਕਦੇ ਹੋ ਤੁਸੀਂ ਬਿਲਕੁਲ ਸਾਈਡ 'ਤੇ, ਅਤੇ ਉਸ ਚਿੱਤਰ ਦੀ ਪ੍ਰੋਪਰ ਲੇਬਲਿੰਗ ਹੋਣੀ ਚਾਹੀਦੀ ਹੈ, ਭਾਵ ਹਰ ਪੱਖ ਦਾ ਜਿਹੜਾ ਨਾਮ ਹੈ ਉਹ ਉੱਥੇ ਲਿਖਿਆ ਹੋਵੇ। ਇਸ ਦਾ ਤੁਹਾਨੂੰ ਫਾਇਦਾ ਇਹ ਹੈ ਕਿ ਐਗਜ਼ਾਮੀਨਰ ਚਿੱਤਰ ਦੇਖ ਕੇ ਹੀ ਤੁਹਾਨੂੰ ਜਿਹੜੇ ਨੰਬਰ ਨੇ ਉੱਥੋਂ ਹੀ ਜੱਜ ਕਰ ਲੈਂਦਾ ਹੈ
ਕਿ ਵਿਦਿਆਰਥੀ ਨੂੰ ਜਿਹੜਾ ਸਵਾਲ ਹੈ ਉਹ ਆਉਂਦਾ ਹੈ ਜਾਂ ਨਹੀਂ ਆਉਂਦਾ। ਜਿਹੜਾ ਚਿੱਤਰ ਹੈ ਜੇਕਰ ਉਹ ਪ੍ਰੋਪਰਲੀ ਲੇਬਲਡ ਹੈ, ਸਾਰਾ ਕੁਛ ਲਿਖਿਆ ਹੈ, ਤਾਂ ਉਹ ਵੀ ਇੱਕ ਪੋਜ਼ੀਟਿਵ ਇੰਪਰੈਸ਼ਨ ਜਿਹੜਾ ਹੈ ਉਹ ਐਗਜ਼ਾਮੀਨਰ ਦੇ ਉੱਪਰ ਪਾਉਂਦਾ ਹੈ। ਅਤੇ ਐਗਜ਼ਾਮੀਨਰ ਜਿਹੜਾ ਹੈ ਤੁਹਾਡਾ ਲਿਖੇ ਹੋਏ ਵੱਲ ਥੋੜ੍ਹਾ ਧਿਆਨ ਦਿੰਦਾ ਹੈ ਅਤੇ ਤੁਹਾਨੂੰ ਉੱਥੇ ਪੂਰੇ ਨੰਬਰ ਜਿਹੜੇ ਨੇ ਉਹ ਅਲੋਟ ਹੋ ਜਾਂਦੇ ਨੇ, ਕਿਉਂਕਿ ਲਿਖੇ ਹੋਏ ਦੇ ਵਿੱਚੋਂ ਗਲਤੀ ਜਿਹੜੀ ਹੈ ਉਹ ਨਹੀਂ ਲੱਭੀ ਜਾਂਦੀ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਚਿੱਤਰ ਜਿਹੜਾ ਹੈ ਤੁਸੀਂ ਸਵਾਲ ਪਹਿਲਾਂ ਹੱਲ ਕਰ ਦਿਓ ਅਤੇ ਚਿੱਤਰ ਨੈਕਸਟ ਪੇਜ 'ਤੇ ਹੱਲ ਕਰ ਦਿਓ, ਇਹ ਵੀ ਸਹੀ ਨਹੀਂ ਹੈ, ਕਿਉਂਕਿ ਚਿੱਤਰ ਦਾ ਜੋ ਰੋਲ ਹੈ, ਜੋ ਅਸੀਂ ਇੰਪਰੈਸ਼ਨ ਪਾਉਣਾ ਹੈ, ਉਹ ਸਵਾਲ ਜਿਹੜਾ ਐਗਜ਼ਾਮੀਨਰ ਉਹ ਪਹਿਲਾਂ ਹੀ ਪੜ੍ਹ ਚੁੱਕਿਆ ਹੈ ਅਤੇ ਚਿੱਤਰ ਨੈਕਸਟ ਪੇਜ 'ਤੇ ਹੈ। ਤਾਂ ਕੋਸ਼ਿਸ਼ ਕਰੋ ਕਿ ਚਿੱਤਰ ਪਹਿਲੇ ਪੇਜ 'ਤੇ ਹੋਵੇ ਅਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਸਵਾਲ ਵੀ ਹੈ ਉਸਦੇ ਬਿਲਕੁਲ ਨਾਲ ਹੋਵੇ। ਜੇਕਰ ਅਸੀਂ ਲੈਂਗੁਏਜ ਸਬਜੈਕਟ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਤੁਹਾਨੂੰ ਜਿਹੜੇ ਪੈਰਾਗ੍ਰਾਫਸ ਨੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ, ਪ੍ਰੋਪਰ ਯੂਜ਼ ਹੋਣਾ ਚਾਹੀਦਾ ਉਹਨਾਂ ਦਾ। ਪੈਰਾਗ੍ਰਾਫ ਹੀ ਨਹੀਂ, ਪ੍ਰੋਪਰ ਉਹਨਾਂ ਦੀ ਨੇਮਿੰਗ ਵੀ ਹੋਣੀ ਚਾਹੀਦੀ ਹੈ। ਤੁਸੀਂ ਉਹਨਾਂ ਦੀ ਟਾਈਟਲ ਜਿਹੜੇ ਨੇ ਉਹਨਾਂ ਨੂੰ ਪ੍ਰੋਪਰ ਹਾਈਲਾਈਟ ਕਰਕੇ ਲਿਖੋ, ਤਾਂ ਕਿ ਜਿਹੜਾ ਐਗਜ਼ਾਮੀਨਰ ਹੈ ਉਹ ਟਾਈਟਲਸ ਤੋਂ ਹੀ ਅੰਦਾਜ਼ਾ ਲਗਾ ਲੇ ਕਿ ਤੁਹਾਨੂੰ ਇਸ ਵਿਸ਼ੇ ਦੀ, ਇਸ ਟੌਪਿਕ ਦੀ ਕਿੰਨੀ ਕੁ ਨੌਲੇਜ ਹੈ। ਇਸ ਤੋਂ ਬਿਨਾਂ ਜਿਹੜਾ ਤੁਸੀਂ ਪੈਰਾਗ੍ਰਾਫ ਲਿਖਿਆ ਹੈ ਉਸ ਦੇ ਵਿੱਚ ਕੀਵਰਡਸ ਨੂੰ ਤੁਸੀਂ ਅੰਡਰਲਾਈਨ ਕਰ ਸਕਦੇ ਹੋ, ਜਿਸ ਦੇ ਨਾਲ ਜਿਹੜੇ ਵਰਡਸ ਨੇ ਉਹ ਹਾਈਲਾਈਟ ਹੋ ਜਾਂਦੇ ਨੇ ਅਤੇ ਜਿਹੜਾ ਐਗਜ਼ਾਮੀਨਰ ਦਾ ਧਿਆਨ ਹੈ ਉਹਨਾਂ ਹਾਈਲਾਈਟਡ ਵਰਡਸ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਅਤੇ ਜੇਕਰ ਤੁਹਾਡੇ ਵੱਲੋਂ ਕੋਈ ਇੱਧਰ ਉੱਧਰ ਕੋਈ ਗਲਤੀ ਕੀਤੀ ਗਈ ਹੈ ਜਾਂ ਕੋਈ ਸ਼ਬਦ ਦੇ ਜਿਹੜੇ ਸਪੈਲਿੰਗ ਨੇ ਉਹ ਗਲਤ ਲਿਖੇ ਗਏ ਨੇ, ਉਹਨਾਂ ਵੱਲ ਉਸ ਦਾ ਧਿਆਨ ਨਹੀਂ ਜਾਂਦਾ ਅਤੇ ਤੁਸੀਂ ਆਪਣੀ ਜਿਹੜੀ ਗਲਤੀ ਹੈ ਉੱਥੇ ਛੁਪਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ। ਨਾਲ ਹੀ ਜੇਕਰ ਸਪੋਜ਼ ਤੁਹਾਡੇ ਤੋਂ ਲੈਂਗੁਏਜ ਸਬਜੈਕਟ ਦੇ ਵਿੱਚ ਕੋਈ ਸ਼ਬਦ ਜਿਹੜਾ ਹੈ ਉਹ ਗਲਤ ਲਿਖਿਆ ਗਿਆ ਹੈ, ਤਾਂ ਤੁਹਾਨੂੰ ਉਸ ਨੂੰ ਬਹੁਤ ਗੂੜ੍ਹੇ ਤਰੀਕੇ ਦੇ ਨਾਲ ਕੱਟਣਾ ਨਹੀਂ ਚਾਹੀਦਾ। ਉਸ ਦੇ ਨਾਲ ਜਿਹੜੀ ਤੁਹਾਡੀ ਗਲਤੀ ਹੈ ਉਹ ਹਾਈਲਾਈਟ ਹੋ ਜਾਂਦੀ ਹੈ। ਐਗਜ਼ਾਮੀਨਰ ਜਿਹੜਾ ਡਾਇਰੈਕਟਲੀ ਤੁਹਾਡੀ ਗਲਤੀ ਨੂੰ ਫੜ ਲੈਂਦਾ ਹੈ। ਸੋ ਕੋਸ਼ਿਸ਼ ਕਰੋ ਕਿ ਜੇਕਰ ਤੁਹਾਡਾ ਕੋਈ ਸ਼ਬਦ ਜਿਹੜਾ ਹੈ ਉਹ ਗਲਤ ਹੋ ਗਿਆ ਹੈ ਤਾਂ ਉਸ ਨੂੰ ਰਿਪੀਟ ਕਰ ਦਿਓ ਕੱਟਣ ਦੀ ਬਜਾਏ। ਜੇਕਰ ਤੁਸੀਂ ਕੱਟਣਾ ਚਾਹੁੰਦੇ ਵੀ ਹੋ ਤਾਂ ਬਹੁਤ ਹੀ ਲਾਈਟ ਜਿਹਾ, ਜਿਹੜਾ ਕਿ ਲੱਭਿਆ ਵੀ ਨਾ ਜਾ ਸਕੇ, ਬਿਲਕੁਲ ਹਲਕੇ ਜਿਹੇ ਪੈਨ ਦੇ ਨਾਲ ਛੋਟੀ ਜਿਹੀ ਲਾਈਨ ਲਗਾ ਦਿਓ ਅਤੇ ਉਸ ਸ਼ਬਦ ਨੂੰ ਕੱਟ ਦਿਓ। ਇਸੇ ਤਰ੍ਹਾਂ ਕਈ ਵਾਰ ਵਿਦਿਆਰਥੀ ਜਿਹੜੇ ਨੇ ਉਹ ਪੂਰਾ ਸਵਾਲ ਹੱਲ ਕਰ ਲੈਂਦੇ ਨੇ, ਪੂਰਾ ਜਿਹੜਾ ਉੱਤਰ ਹੈ ਉਹ ਲਿਖ ਦਿੰਦੇ ਨੇ ਅਤੇ ਉਹਨਾਂ ਨੂੰ ਕਿਤੇ ਜਾ ਕੇ ਲੱਗਦਾ ਹੈ ਕਿ ਇਹ ਜਿਹੜਾ ਸਵਾਲ ਹੈ ਉਹ ਗਲਤ ਹੈ ਅਤੇ ਉਹ ਉਸ ਸਵਾਲ ਨੂੰ ਕ੍ਰੋਸ ਕਰ ਦਿੰਦੇ ਨੇ, ਉਸ ਦੇ ਉੱਪਰ ਕਾਟੀ ਲਗਾ ਦਿੰਦੇ ਨੇ। ਇਹ ਵੀ ਇੱਕ ਗਲਤ ਵਰਤਾਰਾ ਹੈ। ਜੇਕਰ ਸਵਾਲ ਗਲਤ ਹੈ ਉਸ ਨੂੰ ਕ੍ਰੋਸ ਕਰਨ ਦੇ ਲਈ ਐਗਜ਼ਾਮੀਨਰ ਹੈ, ਪਰੰਤੂ ਹੋ ਸਕਦਾ ਹੈ ਉਹ ਜਿਹੜਾ ਤੁਹਾਡਾ ਸਵਾਲ ਹੈ ਉਹ ਠੀਕ ਹੋਵੇ, ਹੋ ਸਕਦਾ ਜਿਹੜਾ ਤੁਸੀਂ ਉੱਤਰ ਲਿਖਿਆ ਹੈ ਉਹ ਬਿਲਕੁਲ ਸਹੀ ਹੋਵੇ ਅਤੇ ਤੁਹਾਨੂੰ ਪੂਰੇ ਨੰਬਰ ਅਲਾਟ ਹੋ ਜਾਣ। ਪਰੰਤੂ ਜੇਕਰ ਤੁਸੀਂ ਖੁਦ ਹੀ ਉਸ ਪ੍ਰਸ਼ਨ ਨੂੰ, ਉਸ ਉੱਤਰ ਨੂੰ ਕ੍ਰੋਸ ਕਰ ਦਿੱਤਾ ਹੈ, ਕੱਟ ਦਿੱਤਾ ਹੈ, ਤਾਂ ਉੱਥੇ ਐਗਜ਼ਾਮੀਨਰ ਜਿਹੜਾ ਹੈ ਉਹ ਮਜਬੂਰ ਹੋ ਜਾਂਦਾ ਹੈ ਤੁਹਾਨੂੰ ਉਸ ਕੁਐਸਚਨ ਨੂੰ ਖੁਦ ਕ੍ਰੋਸ ਕਰਨ ਵਾਸਤੇ, ਭਾਵੇਂ ਕਿ ਉਹ ਠੀਕ ਵੀ ਹੋਵੇ। ਜੇਕਰ ਉਹ ਠੀਕ ਵੀ ਹੋਏਗਾ, ਇਸ ਦੇ ਬਾਵਜੂਦ ਵੀ ਉਹ ਨੰਬਰ ਉੱਥੇ ਅਲਾਟ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਖੁਦ ਉਸ ਨੂੰ ਕ੍ਰੋਸ ਕਰ ਚੁੱਕੇ ਹੋ। ਸੋ ਕੋਸ਼ਿਸ਼ ਕਰੋ ਕਦੇ ਵੀ ਜਿਹੜਾ ਵੀ ਸਵਾਲ ਤੁਸੀਂ ਪੇਪਰ ਦੇ ਵਿੱਚ ਹੱਲ ਕੀਤਾ ਹੈ ਉਸ ਨੂੰ ਕਦੇ ਵੀ ਕ੍ਰੋਸ ਨਹੀਂ ਕਰਨਾ, ਚਾਹੇ ਉਹ ਠੀਕ ਹੈ ਚਾਹੇ ਉਹ ਗਲਤ ਹੈ। ਐਗਜ਼ਾਮੀਨਰ ਡਿਸਾਈਡ ਕਰੇਗਾ ਉਸ ਨੂੰ ਕਿ ਉਹ ਠੀਕ ਹੈ ਜਾਂ ਗਲਤ ਹੈ। ਕਈ ਵਾਰ ਕੀ ਹੁੰਦਾ ਹੈ ਕਿ ਵਿਦਿਆਰਥੀ ਨੂੰ ਜਿਹੜੇ ਪੇਪਰ ਦੇ ਵਿੱਚ ਕੁਝ ਸਵਾਲ ਜਿਹੜੇ ਨੇ ਉਹ ਨਹੀਂ ਆਉਂਦੇ ਅਤੇ ਉਹ ਵਿਦਿਆਰਥੀ ਪੇਪਰ ਦੇ ਵਿੱਚ ਉਹਨਾਂ ਸਵਾਲਾਂ ਦੇ ਲਈ ਜਗ੍ਹਾ ਛੱਡਦੇ ਜਾਂਦੇ ਨੇ, ਥਾਂ ਛੱਡਦੇ ਜਾਂਦੇ ਨੇ। ਇਸ ਦਾ ਜਿਹੜਾ ਐਗਜ਼ਾਮੀਨਰ ਦੇ ਉੱਪਰ ਇੰਪਰੈਸ਼ਨ ਜਾਂਦਾ ਉਹ ਨੈਗੇਟਿਵ ਜਾਂਦਾ ਹੈ, ਮਾੜਾ ਪ੍ਰਭਾਵ ਪੈਂਦਾ ਹੈ। ਤਾਂ ਕਦੇ ਵੀ ਤੁਸੀਂ ਜਿਹੜਾ ਤੁਹਾਨੂੰ ਸਵਾਲ ਨਹੀਂ ਆਉਂਦਾ ਉਹਦੀ ਜਗ੍ਹਾ ਜਿਹੜੀ ਉਹ ਨਹੀਂ ਛੱਡਣੀ ਹੈ, ਕਿਉਂਕਿ ਇਸ ਦੇ ਨਾਲ ਵੀ ਐਗਜ਼ਾਮੀਨਰ ਦੇ ਉੱਪਰ ਤੁਹਾਡਾ ਜਿਹੜਾ ਹੈ ਉਹ ਨੈਗੇਟਿਵ ਇੰਪਰੈਸ਼ਨ ਜਾਂਦਾ ਹੈ। ਐਗਜ਼ਾਮੀਨਰ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਜਿਹੜਾ ਇਹ ਵਾਲਾ ਸਵਾਲ ਹੈ ਉਹ ਨਹੀਂ ਆਉਂਦਾ। ਇਸ ਤੋਂ ਬਿਨਾਂ ਤੁਸੀਂ ਪੂਰਾ ਪ੍ਰਸ਼ਨ ਜਿਹੜਾ ਹੈ ਉਹ ਨਹੀਂ ਲਿਖਣਾ, ਕੇਵਲ ਅਤੇ ਕੇਵਲ ਪ੍ਰਸ਼ਨ ਦਾ ਭਾਗ ਜਾਂ ਪ੍ਰਸ਼ਨ ਦਾ ਨੰਬਰ ਜਿਹੜਾ ਹੈ ਉਹ ਹਾਸ਼ੀਏ ਦੇ ਵਿੱਚ ਲਿਖਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਡੀ ਸ਼ੀਟ ਵੀ ਬਚਦੀ ਹੈ ਅਤੇ ਸਮਾਂ ਵੀ ਜਿਹੜਾ ਹੈ ਉਹ ਬਚਦਾ ਹੈ। ਕੋਸ਼ਿਸ਼ ਕਰੋ ਕਿ ਹਰ ਪ੍ਰਸ਼ਨ ਤੋਂ ਬਾਅਦ ਇੱਕ ਲਾਈਨ ਜਿਹੜੀ ਹੈ ਉਹ ਜ਼ਰੂਰ ਛੱਡੋ, ਜਾਂ ਪੈਨਸਿਲ ਦੇ ਨਾਲ ਇੱਕ ਲਾਈਨ ਜਿਹੜੀ ਉਹ ਲਗਾ ਦਿਓ। ਇਸ ਦੇ ਨਾਲ ਐਗਜ਼ਾਮੀਨਰ ਦਾ ਜਿਹੜਾ ਕੰਮ ਹੈ ਉਹ ਥੋੜ੍ਹਾ ਸੌਖਾ ਹੋ ਜਾਂਦਾ ਹੈ ਤੁਹਾਡੇ ਪੇਪਰ ਨੂੰ ਮਾਰਕ ਕਰਨਾ। ਕੋਈ ਵੀ ਪ੍ਰਸ਼ਨ ਜਿਹੜਾ ਹੈ ਐਗਜ਼ਾਮ ਦਾ ਤੁਸੀਂ ਅਨਟੱਚਡ ਜਿਹੜਾ ਹੈ ਉਹ ਨਹੀਂ ਛੱਡਣਾ ਹੈ। ਕਹਿਣ ਤੋਂ ਭਾਵ ਹੈ ਕਿ ਸਪੋਜ਼ ਤੁਸੀਂ ਕਿਸੇ ਪ੍ਰਸ਼ਨ ਦੇ ਲਈ ਵਿਚਕਾਰ ਜਗ੍ਹਾ ਨਹੀਂ ਛੱਡੀ ਹੈ, ਪਰੰਤੂ ਉਸਨੂੰ ਅੰਤ ਦੇ ਵਿੱਚ ਜਾ ਕੇ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ। ਇੱਥੇ ਤੁਹਾਡੇ ਨਾਲ ਮੈਂ ਇੱਕ ਐਗਜ਼ਾਮਪਲ ਜਿਹੜੀ ਹੈ 2018 ਦੀ ਜ਼ਰੂਰ ਸਾਂਝੀ ਕਰਾਂਗਾ ਕਿ 2018 ਦੇ ਵਿੱਚ ਗਣਿਤ ਵਿਸ਼ੇ ਦੇ ਇੱਕ 6 ਅੰਕ ਦਾ ਪ੍ਰਸ਼ਨ ਸੀ, ਜਿਹੜਾ ਸਤ੍ਹਾ ਦੇ ਖੇਤਰਫਲ ਅਤੇ ਆਇਤਨ ਦੇ ਆਧਾਰਿਤ ਸੀ। ਉਸ ਦੇ ਵਿੱਚ ਇੱਕ ਪ੍ਰਿੰਟਿੰਗ ਮਿਸਟੇਕ ਕਹਿ ਸਕਦੇ ਹੋ, ਜਾਂ ਸ਼ਬਦਾਂ ਦਾ ਕੁਛ ਥੋੜ੍ਹਾ ਜਿਹਾ ਹੇਰ ਫੇਰ ਹੋ ਗਿਆ ਸੀ।
ਉਹਦੇ ਵਿੱਚ ਲਿਖਿਆ ਗਿਆ ਸੀ ਆਧਾਰ ਵਿਆਸ। ਸੋ ਇੱਥੋਂ ਵਿਦਿਆਰਥੀ ਨੂੰ ਪਤਾ ਨਹੀਂ ਸੀ ਲੱਗਦਾ ਕਿ ਇਹ ਅਰਧ ਵਿਆਸ ਹੈ ਜਾਂ ਆਧਾਰ ਦਾ ਵਿਆਸ ਹੈ। ਤਾਂ ਇਸ ਦੇ ਲਈ ਬੋਰਡ ਅਧਿਕਾਰੀਆਂ ਵੱਲੋਂ ਹਰ ਵਿਦਿਆਰਥੀ ਨੂੰ ਜਿਨ੍ਹਾਂ ਨੇ ਉਸ ਪ੍ਰਸ਼ਨ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਹਾਫ ਕ੍ਰੈਡਿਟ ਭਾਵ ਅੱਧੇ ਅੰਕ ਜਿਹੜੇ ਨੇ ਦਿੱਤੇ ਗਏ ਸੀ, ਭਾਵੇਂ ਕਿ ਉਸਨੇ ਉਹ ਪ੍ਰਸ਼ਨ ਹੱਲ ਕੀਤਾ ਹੈ ਜਾਂ ਨਹੀਂ ਕੀਤਾ, ਪਰੰਤੂ ਕੋਸ਼ਿਸ਼ ਜ਼ਰੂਰ ਕੀਤੀ। ਸੋ ਤੁਸੀਂ ਕੋਈ ਵੀ ਜਿਹੜਾ ਕੁਐਸਚਨ ਹੈ ਉਸਨੂੰ ਅਨਟੱਚਡ ਨਹੀਂ ਛੱਡਣਾ ਹੈ। ਅੰਤ ਦੇ ਵਿੱਚ ਜਾ ਕੇ ਹਰ ਪ੍ਰਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ ਜਿਹੜਾ ਤੁਹਾਨੂੰ ਨਹੀਂ ਆਉਂਦਾ। ਹੋ ਸਕਦਾ ਹੈ ਕਿ ਕੋਈ ਬਾਏ ਚਾਂਸ ਜੇਕਰ ਕਿਸੇ ਪ੍ਰਸ਼ਨ ਦੇ ਵਿੱਚ ਕੋਈ ਗਲਤੀ ਹੋਵੇ ਅਤੇ ਲੇਟਰ ਔਨ ਬਾਅਦ ਵਿੱਚ ਬੋਰਡ ਉਸ ਪ੍ਰਸ਼ਨ ਦੇ ਲਈ ਹਾਫ ਕ੍ਰੈਡਿਟ ਜਾਂ ਫੁੱਲ ਕ੍ਰੈਡਿਟ ਜਿਹੜਾ ਹੈ ਉਹ ਦੇ ਦੇ, ਤਾਂ ਤੁਹਾਨੂੰ ਉੱਥੇ ਸਹਿਜੇ ਹੀ ਉਹ ਜਿਹੜੇ ਅੰਕ ਨੇ ਉਹ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਪ੍ਰਸ਼ਨ ਦਾ ਜਵਾਬ ਦਿੰਦੇ ਹੋ, ਉੱਤਰ ਦਿੰਦੇ ਹੋ, ਤਾਂ ਕਿਤਾਬੀ ਭਾਸ਼ਾ ਤੋਂ ਬਚਣਾ ਚਾਹੀਦਾ ਹੈ, ਜਿਹੜੀ ਅਸੀਂ ਅਕਸਰ ਗਾਈਡਾਂ ਤੋਂ ਪੜ੍ਹਦੇ ਹਾਂ। ਕਿਸੇ ਵੀ ਪ੍ਰਸ਼ਨ ਦਾ ਜਿਹੜਾ ਜਵਾਬ ਹੈ ਉਸਨੂੰ ਆਪਣੀ ਭਾਸ਼ਾ ਦੇ ਵਿੱਚ ਦੇਣਾ ਚਾਹੀਦਾ ਹੈ, ਅਤੇ ਜਿਹੜੀਆਂ ਉਦਾਹਰਨਾਂ ਜਾਂ ਐਗਜ਼ਾਮਪਲਸ ਅਸੀਂ ਉਸ ਕੁਐਸਚਨ ਦੇ ਵਿੱਚ ਸੰਬੰਧਿਤ ਦੇਣੀਆਂ ਨੇ ਉਹ ਵੀ ਆਮ ਜ਼ਿੰਦਗੀ ਆਧਾਰਿਤ ਜੇਕਰ ਹੋਣ ਤਾਂ ਜ਼ਿਆਦਾ ਵਧੀਆ ਹੈ, ਕਿਉਂਕਿ ਇਸ ਦਾ ਵੀ ਐਗਜ਼ਾਮੀਨਰ ਦੇ ਉੱਪਰ ਬਹੁਤ ਵਧੀਆ ਜਿਹੜਾ ਇੰਪਰੈਸ਼ਨ ਜਾਂਦਾ ਹੈ। ਇੱਥੇ ਵੀ ਮੈਂ ਤੁਹਾਡੇ ਨਾਲ ਇੱਕ ਵਾਕਿਆ ਜਿਹੜਾ ਹੈ ਉਹ ਸਾਂਝਾ ਕਰਨਾ ਚਾਹਾਂਗਾ ਕਿ ਇੱਕ ਵਾਰ ਮੇਰੇ ਕੋਲ ਇੱਕ ਸਾਇੰਸ ਅਧਿਆਪਕ ਬੈਠਾ ਜਿਹੜਾ 10ਵੀਂ ਜਮਾਤ ਦੇ ਕਿਸੇ ਵਿਦਿਆਰਥੀ ਦਾ ਪੇਪਰ ਚੈੱਕ ਕਰ ਰਿਹਾ ਸੀ, ਅਤੇ ਉਸ ਦੇ ਵਿੱਚ ਉਸ ਵਿਦਿਆਰਥੀ ਨੇ 3 ਅੰਕ ਦੇ ਸਵਾਲ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਬੜਾ ਵਧੀਆ ਲਿਖਿਆ ਸੀ, ਅਤੇ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਸੀ ਉਹ ਡੇਲੀ ਲਾਈਫ ਦੇ ਵਿੱਚੋਂ ਦਿੱਤੀਆਂ ਸੀ, ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ। ਅਤੇ ਉਹ ਐਗਜ਼ਾਮੀਨਰ ਇੰਨਾ ਖੁਸ਼ ਹੋਇਆ ਉਸ ਨੂੰ ਪੜ੍ਹ ਕੇ, ਕਿਉਂਕਿ ਜਿੰਨੇ ਪੇਪਰ ਆਉਂਦੇ ਨੇ 200 ਪੇਪਰ ਚੈੱਕ ਕਰਨਾ ਹੁੰਦਾ ਇੱਕ ਐਗਜ਼ਾਮੀਨਰ ਨੇ, ਅਤੇ ਸਾਰਿਆਂ ਦੇ ਵਿੱਚ ਉਹੀ ਬੁਕਿਸ਼ ਲੈਂਗੁਏਜ ਜਿਹੜੀ ਹੁੰਦੀ ਹੈ ਉਹ ਲਿਖੀ ਹੋਈ ਹੁੰਦੀ ਹੈ, ਅਤੇ ਐਗਜ਼ਾਮੀਨਰ ਵੀ ਪੜ੍ਹ ਕੇ ਫੈਡ ਅਪ ਹੋ ਜਾਂਦਾ ਹੈ। ਉਸ ਪੇਪਰ ਦੀਆਂ ਐਗਜ਼ਾਮਪਲਸ ਦੇਖ ਕੇ ਉਹ ਐਗਜ਼ਾਮੀਨਰ ਇੰਨਾ ਖੁਸ਼ ਹੋਇਆ ਕਿ ਉਸਨੇ ਮੈਨੂੰ ਕਿਹਾ ਕਿ ਮੇਰਾ ਬਸ ਚੱਲੇ ਤਾਂ ਮੈਂ ਇਸ ਦੇ ਵਿੱਚੋਂ 3 ਦੀ ਬਜਾਏ 5 ਅੰਕ ਦੇ ਦਿਆਂ, ਪਰੰਤੂ 3 ਨੰਬਰ ਦੇ ਸਵਾਲ ਦੇ ਵਿੱਚ 5 ਨੰਬਰ ਦੇਣੇ ਸੰਭਵ ਨਹੀਂ ਸੀ। ਸੋ ਉਸ ਐਗਜ਼ਾਮੀਨਰ ਨੇ ਕੀ ਕੀਤਾ ਹੋਏਗਾ, ਤਾਂ ਉਸ ਐਗਜ਼ਾਮੀਨਰ ਨੇ ਬਾਅਦ ਦੇ ਕਿਸੇ ਕੁਐਸਚਨ ਦੇ ਵਿੱਚ ਜਿੱਥੇ ਉਸ ਸਟੂਡੈਂਟ ਵੱਲੋਂ ਕੋਈ ਗਲਤੀ ਕੀਤੀ ਗਈ ਸੀ, ਤਾਂ ਉੱਥੇ ਉਸ ਗਲਤੀ ਦੇ ਲਈ ਉਸ ਵਿਦਿਆਰਥੀ ਨੂੰ ਉਸਨੇ ਪਨਿਸ਼ ਨਹੀਂ ਕੀਤਾ, ਉਸਦੇ ਜਿਹੜੇ ਨੰਬਰ ਨੇ ਉਹ ਨਹੀਂ ਕੱਟੇ। ਸੋ ਕੋਸ਼ਿਸ਼ ਕਰੋ ਆਪਣੇ ਸ਼ਬਦਾਂ ਦੇ ਵਿੱਚ ਲਿਖੋ, ਆਪਣੀ ਭਾਸ਼ਾ ਦੇ ਵਿੱਚ ਲਿਖੋ, ਜਿਸ ਦੇ ਨਾਲ ਪੇਪਰ ਚੈੱਕ ਕਰਨ ਵਾਲੇ ਨੂੰ ਵੀ ਟੇਸਟ ਆਵੇ, ਮਜ਼ਾ ਆਵੇ, ਅਤੇ ਤੁਹਾਨੂੰ ਉਹ ਵੱਧ ਤੋਂ ਵੱਧ ਅੰਕ ਜਿਹੜੇ ਨੇ ਉਸ ਕੁਐਸਚਨ ਦੇ ਲਈ ਅਲਾਉਟ ਕਰੇ। ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਪੇਪਰ ਦੇ ਵਿੱਚ ਤੁਹਾਡੀ ਲਿਖਾਈ ਦੀ। ਸੋ ਇਸ ਸਾਲ ਤਾਂ ਬੋਰਡ ਵੱਲੋਂ ਜਿਹੜੇ ਤੁਹਾਡੇ ਲੈਂਗੁਏਜ ਸਬਜੈਕਟ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ, ਇਹਨਾਂ ਦੇ ਵਿੱਚ ਵੱਖਰੇ ਤੌਰ 'ਤੇ 5 ਅੰਕ ਜਿਹੜੇ ਨੇ ਉਹ ਸੁੰਦਰ ਲਿਖਾਈ ਦੇ ਲਈ ਰੱਖੇ ਨੇ। ਸੋ ਇਹ 15 ਅੰਕ ਨਹੀਂ ਸਮਝਣੇ ਚਾਹੀਦੇ, ਕਿਉਂਕਿ ਜਦੋਂ ਐਗਜ਼ਾਮੀਨਰ ਤੁਹਾਡਾ ਪੇਪਰ ਚੈੱਕ ਕਰਦਾ ਹੈ, ਜੇਕਰ ਤੁਹਾਡੀ ਲਿਖਾਈ ਵਧੀਆ ਹੈ ਤਾਂ ਸਪੋਜ਼ ਤੁਹਾਡਾ ਲੇਖ ਲਿਖਿਆ ਹੈ ਤਾਂ ਉਹ 10 ਅੰਕਾਂ ਦਾ ਹੈ, ਤਾਂ 10 ਦੇ ਵਿੱਚੋਂ 10 ਅੰਕ ਜਿਹੜੇ ਨੇ ਉਹ ਸਹਿਜੇ ਹੀ ਦੇ ਦਿੰਦਾ ਹੈ। ਪਰੰਤੂ ਜੇਕਰ ਉਹੀ ਸੇਮ ਮੈਟਰ ਕਿਸੇ ਹੋਰ ਵਿਦਿਆਰਥੀ ਨੇ ਲਿਖਿਆ ਹੈ ਅਤੇ ਉਸ ਦੀ ਜਿਹੜੀ ਲਿਖਾਈ ਹੈ ਉਹ ਉਨੀ ਵਧੀਆ ਨਹੀਂ ਹੈ, ਤਾਂ ਜਿਹੜਾ ਉਹ ਐਗਜ਼ਾਮੀਨਰ ਹੈ ਉੱਥੇ 1 ਜਾਂ 1.5 ਨੰਬਰ ਜ਼ਰੂਰ ਕੱਟ ਲਏਗਾ। ਸੋ ਜਿਹੜੀ ਲਿਖਾਈ ਹੈ ਉਹ ਓਵਰਆਲ 5 ਅੰਕਾਂ ਦੀ ਨਹੀਂ ਹੈ, ਤੁਹਾਡੇ ਅੰਤ ਦੇ ਵਿੱਚ ਕੇਵਲ 5 ਅੰਕਾਂ ਦੇ ਵਿੱਚੋਂ ਅੰਕ ਨਹੀਂ ਘਟਣਗੇ, ਤੁਹਾਡੇ ਓਵਰਆਲ ਬਾਕੀ ਦੇ ਜਿਹੜੇ ਪੇਪਰ ਦੇ ਵਿੱਚ ਪ੍ਰਸ਼ਨ ਨੇ ਉੱਥੇ ਜਿਹੜੀ ਮਾਰਕਿੰਗ ਕੀਤੀ ਐਗਜ਼ਾਮੀਨਰ ਨੇ ਉੱਥੇ ਵੀ ਤੁਹਾਨੂੰ ਥੋੜ੍ਹਾ ਥੋੜ੍ਹਾ ਜਿਹੜਾ ਇਹ ਪਨਿਸ਼ ਕਰਦਾ ਚਲੇ ਜਾਣਾ, ਉਸਨੇ ਸੁਭਾਵਿਕ ਤੌਰ 'ਤੇ ਅੱਧਾ ਜਾਂ 1 ਨੰਬਰ ਕੱਟਦਾ ਚਲੇ ਜਾਣਾ ਹੈ, ਅਤੇ ਅੰਤ ਦੇ ਵਿੱਚ ਜਾ ਕੇ 5 ਅੰਕਾਂ ਦਾ ਨਹੀਂ, ਤੁਹਾਨੂੰ 5 ਤੋਂ ਕਿਤੇ ਜ਼ਿਆਦਾ ਅੰਕਾਂ ਦਾ ਜਿਹੜਾ ਫਰਕ ਹੈ ਉਹ ਦੇਖਣ ਨੂੰ ਮਿਲੇਗਾ। ਸੋ ਸਾਰੇ ਹੀ ਪੇਪਰਾਂ ਦੇ ਵਿੱਚ ਜਿਹੜੀ ਲਿਖਾਈ ਹੈ ਉਸ ਵੱਲ ਆਪਣਾ ਪੂਰਾ ਧਿਆਨ ਦਿਓ, ਅਤੇ ਵਧੀਆ ਸੁੰਦਰ ਲਿਖਾਈ ਦੇ ਨਾਲ ਜਿਹੜਾ ਹੈ ਆਪਣਾ ਪੇਪਰ ਜਿਹੜਾ ਹੈ ਉਹ ਹੱਲ ਕਰੋ। ਲਾਸਟ ਬਟ ਨਾਟ ਲੀਸਟ, ਅੰਤ ਵਿੱਚ ਅਸੀਂ ਗੱਲ ਕਰ ਲੈਂਦੇ ਹਾਂ ਤੁਹਾਡੇ ਆਂਤਰਿਕ ਮੁਲਾਂਕਣ ਪ੍ਰੈਕਟੀਕਲਸ, ਭਾਵ ਤੁਹਾਡੀ ਇੰਟਰਨਲ ਅਸੈਸਮੈਂਟ ਅਤੇ ਪ੍ਰੈਕਟੀਕਲਸ ਦੀ। ਸੋ ਲਗਭਗ ਹਰ ਵਿਸ਼ੇ ਦੇ ਵਿੱਚ ਮੈਥ, ਸਾਇੰਸ, ਇੰਗਲਿਸ਼ ਦੇ ਵਿੱਚ 20 ਅੰਕ ਜਿਹੜੇ ਨੇ ਤੁਹਾਡੇ ਪ੍ਰੈਕਟੀਕਲ ਅਤੇ ਅਸੈਸਮੈਂਟ ਦੇ ਜਿਹੜੇ ਰੱਖੇ ਗਏ ਨੇ। ਸੋ ਇਹ ਕਿਸੇ ਵਿਸ਼ੇ ਦੇ ਵਿੱਚ 20 ਅੰਕ ਨਾ ਅਸੀਂ ਜਾਣੀਏ, ਕੁੱਲ ਮਿਲਾ ਕੇ ਜਿਹੜੇ ਤੁਹਾਡੇ 6 ਮੇਜਰ ਸਬਜੈਕਟ ਨੇ ਉਹਨਾਂ ਦੇ ਵਿੱਚ 20 ਅੰਕ, ਭਾਵ ਕੁੱਲ 120 ਅੰਕ। ਸੋ ਇਹ ਤੁਹਾਡੇ ਪਾਸ ਹੋਣ ਦੇ ਵਿੱਚ ਜਾਂ ਮੈਰਿਟ ਦੇ ਵਿੱਚ ਖਾਸ ਕਰਕੇ ਗੇਮ ਚੇਂਜਰ ਨੇ। ਜੇਕਰ ਕੋਈ ਵਿਦਿਆਰਥੀ 120 ਅੰਕਾਂ ਦੇ ਵਿੱਚੋਂ 120 ਅੰਕ ਪ੍ਰਾਪਤ ਕਰ ਲੈਂਦਾ ਤਾਂ ਉਸ ਦੀ ਜਿਹੜੀ ਮੈਰਿਟ ਹੈ ਉਹ ਲਗਭਗ ਨਿਸ਼ਚਿਤ ਹੈ। ਪਰੰਤੂ ਜਿਹੜੇ 20 ਅੰਕ ਨੇ ਜਾਂ ਕਹਿ ਲਓ 120 ਅੰਕ ਨੇ,
ਇਹ ਨਿਰੋਲ ਤੁਹਾਡੇ ਵਿਸ਼ਾ ਅਧਿਆਪਕਾਂ ਦੇ ਹੱਥ ਦੇ ਵਿੱਚ ਨੇ। ਉਹਨਾਂ ਦੇ ਉੱਪਰ ਨਿਰਭਰ ਕਰਦੇ ਨੇ ਕਿ ਉਹ ਤੁਹਾਨੂੰ ਕਿੰਨੇ ਨੰਬਰ ਜਿਹੜੇ ਨੇ ਅਲੋਟ ਕਰਦੇ ਨੇ। ਅਤੇ ਜਿਹੜੇ ਤੁਹਾਡੇ ਅੰਕ ਨੇ ਇਹ ਤੁਹਾਡੇ ਸਾਰੇ ਸਾਲ ਦੀ ਮਿਹਨਤ ਦੇ ਉੱਪਰ, ਤੁਸੀਂ ਕਿਸ ਤਰ੍ਹਾਂ ਆਪਣੇ ਸਕੂਲ ਦੇ ਵਿੱਚ ਐਕਟਿਵ ਰਹੇ ਹੋ, ਅਨੁਸ਼ਾਸਨ ਦੇ ਵਿੱਚ ਰਹੇ ਹੋ, ਕਿਸ ਤਰ੍ਹਾਂ ਦਾ ਤੁਹਾਡੇ ਅਧਿਆਪਕ ਦੇ ਨਾਲ ਰਿਸ਼ਤਾ ਹੈ, ਤੁਸੀਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹੋ, ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਭਾਗ ਲੈਂਦੇ ਹੋ, ਸਕੂਲ ਦੀ ਸਾਫ਼ ਸਫਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ, ਸਮੇਂ ਸਿਰ ਸਕੂਲ ਜਾਂਦੇ ਹੋ, ਆਪਣੀਆਂ ਕਾਪੀਆਂ ਸਮੇਂ ਸਿਰ ਪੂਰੀਆਂ ਕਰਦੇ ਹੋ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰਿਤ ਜਿਹੜਾ ਤੁਹਾਡਾ ਵਿਸ਼ਾ ਅਧਿਆਪਕ ਹੈ ਉਹ ਤੁਹਾਨੂੰ ਨੰਬਰ ਜਿਹੜੇ ਆ ਉਹ ਅਲੋਟ ਕਰਦਾ ਹੈ। ਸੋ ਇਨਰੋਲ ਜਿਹੜੇ ਨੰਬਰ ਨੇ ਤੁਹਾਡੇ ਵਿਸ਼ਾ ਅਧਿਆਪਕ ਦੇ ਹੱਥ ਦੇ ਵਿੱਚ ਨੇ। ਸੋ ਕੋਸ਼ਿਸ਼ ਕਰੋ ਕਿ ਸਕੂਲ ਦੇ ਵਿੱਚ ਐਕਟਿਵ ਰਹੋ, ਅਨੁਸ਼ਾਸਨ ਦੇ ਵਿੱਚ ਰਹੋ, ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਅਤੇ ਹਰ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰੋ, ਤਾਂ ਜੋ ਤੁਸੀਂ 120 ਅੰਕਾਂ ਦੇ ਵਿੱਚ ਵੱਧ ਤੋਂ ਵੱਧ ਅੰਕ ਜਿਹੜੇ ਨੇ ਹਾਸਿਲ ਕਰ ਸਕੋ। ਇਨਫੈਕਟ 120 ਦੇ ਵਿੱਚ 120 ਅੰਕ ਹੀ ਹਾਸਿਲ ਕਰ ਸਕੋ। ਤਾਂ ਜੇਕਰ ਤੁਸੀਂ 120 ਅੰਕ ਜਿਹੜੇ ਨੇ ਇਹ ਹਾਸਿਲ ਕਰ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਮੈਰਿਟ ਲੈਣ ਤੋਂ ਰੋਕ ਨਹੀਂ ਸਕਦਾ ਹੈ। ਉਮੀਦ ਹੈ ਦੋਸਤੋ ਤੁਹਾਨੂੰ ਜਿਹੜੀ ਵੀਡੀਓ ਹੈ ਇਹ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਫੀਡਬੈਕ ਹੈ ਤਾਂ ਪਲੀਜ਼ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਜ਼ਰੂਰ ਕਰੋ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ 'ਤੇ ਆਉਣ ਲਈ ਧੰਨਵਾਦ।